ਹੈਲੋ, ਮੈਂ ਤੁਹਾਡਾ ਸਾਰਿਆਂ ਦਾ ਇਸ ਵੀਡੀਓ ਲੈਕਚਰ ਦੇ ਵਿੱਚ ਸਵਾਗਤ ਕਰਦਾ ਹਾਂ। ਆਈ ਐਮ ਸੋਨਜੀਤ ਰਾਹੁਲ, ਲੈਕਚਰਰ ਸਿਵਲ ਇਨ ਗਵਰਨਮੈਂਟ ਪੋਲੀਟੈਕਨਿਕ ਕਾਲਜ ਤਲਵਾੜਾ। ਮੇਰਾ ਇਹ ਰੀਇਨਫੋਰਸਡ ਸੀਮੈਂਟ ਕੰਕਰੀਟ ਡਿਜ਼ਾਈਨ ਦਾ ਸੈਕਿੰਡ ਲੈਕਚਰ ਹੈ। ਇਸ ਤੋਂ ਪਹਿਲਾਂ 2 ਵੀਡੀਓਜ਼ ਮੈਂ ਅਪਲੋਡ ਕੀਤੀਆਂ ਸੀ, ਇੱਕ ਇੰਟਰੋਡਕਟਰੀ ਲੈਕਚਰ ਦੀ, ਇੱਕ ਲੈਕਚਰ 1। ਸੋ ਦਿਸ ਇਜ਼ ਦਾ ਸੈਕਿੰਡ ਲੈਕਚਰ ਐਂਡ ਦਾ ਥਰਡ ਵੀਡੀਓ। ਇਸ ਵਿੱਚ ਮੈਂ ਚੈਪਟਰ 1 ਦਾ ਸੈਕਿੰਡ ਪਾਰਟ, ਚੈਪਟਰ ਨੇਮ ਇਜ਼ ਇੰਟਰੋਡਕਸ਼ਨ, ਡਿਸਕਸ ਕਰਾਂਗਾ। ਇਸ ਤੋਂ ਪਹਿਲਾਂ ਇੰਟਰੋਡਕਟਰੀ ਪਾਰਟ ਐਂਡ ਚੈਪਟਰ 1 ਦਾ ਪਾਰਟ 1 ਪਹਿਲਾਂ ਵੀਡੀਓਜ਼ ਦੇ ਵਿੱਚ ਕਵਰ ਕਰ ਚੁੱਕਾ ਹਾਂ। ਸੋ ਆਪਾਂ ਹੁਣ ਸਟਾਰਟ ਕਰੀਏ ਚੈਪਟਰ 1 ਦਾ ਸੈਕਿੰਡ ਪਾਰਟ। ਚੈਪਟਰ ਫਸਟ ਦਾ ਸੈਕਿੰਡ ਪਾਰਟ ਸਟਾਰਟ ਹੁੰਦਾ ਹੈ ਪ੍ਰੋਪਰਟੀਜ਼ ਆਫ ਮਾਈਲਡ ਸਟੀਲ। ਮਾਈਲਡ ਸਟੀਲ ਦੀਆਂ ਕੀ ਪ੍ਰੋਪਰਟੀਜ਼ ਹਨ। ਇਸ ਤਰ੍ਹਾਂ ਦੀ ਜਿਹੜੀ ਸਟੀਲ ਆ ਇਹ ਕਾਫੀ ਜ਼ਿਆਦਾ ਡਕਟਾਈਲ ਹੁੰਦੀ ਆ ਅਮੰਗਸਟ ਆਲ ਟਾਈਪਸ ਆਫ ਸਟੀਲ। ਜਿੰਨੀਆਂ ਤਰ੍ਹਾਂ ਦੀਆਂ ਵੀ ਸਟੀਲਸ ਆ ਉਹਨਾਂ ਦੇ ਵਿੱਚੋਂ ਜਿਹੜੀ ਮਾਈਲਡ ਸਟੀਲ ਆ ਇਹ ਕਾਫੀ ਜ਼ਿਆਦਾ ਡਕਟਾਈਲ ਆ। ਡਕਟਾਈਲ ਕੀ ਹੋਣਾ? ਡਕਟਾਈਲ ਦਾ ਮਤਲਬ ਹੈ ਪਰਸੈਂਟੇਜ ਆਫ ਇਲੋਂਗੇਸ਼ਨ ਬਿਫੋਰ failure, how much the bar elongates before failure। ਇਹਦੀ ਡਕਟਿਲਿਟੀ ਪ੍ਰੋਪਰਟੀ ਆਲਮੋਸਟ ਤੁਸੀਂ ਪੜ੍ਹੀ ਹੋਵੇਗੀ ਸਟਰਕਚਰ ਮਕੈਨਿਕਸ ਦੇ ਵਿੱਚ। ਨਹੀਂ ਪੜ੍ਹੀ ਤਾਂ ਇੱਕ ਵਾਰੀ ਰਿਵਾਈਜ਼ ਜ਼ਰੂਰ ਕਰ ਲੈਣਾ। ਡਕਟਿਲਿਟੀ ਕੀ ਪ੍ਰੋਪਰਟੀ ਹੁੰਦੀ ਹੈ? ਜਿਸ ਮਟੀਰੀਅਲ ਦੇ ਵਿੱਚ ਡਕਟਿਲਿਟੀ ਪ੍ਰੋਪਰਟੀ ਹੋਵੇ ਉਹਨੂੰ ਡਕਟਾਈਲ ਕਹਿੰਦੇ ਆ। ਮਾਈਲਡ ਸਟੀਲ ਇੱਕ ਡਕਟਾਈਲ ਮਟੀਰੀਅਲ ਆ। ਇਹਦੀ ਪਰਸੈਂਟੇਜ ਇਲੋਂਗੇਸ਼ਨ ਹੁੰਦੀ ਹੈ ਵਿਦ ਦਾ ਐਪਲੀਕੇਸ਼ਨ ਦਾ ਲੋਡ, ਕਿਉਂਕਿ ਇਹਦੇ ਵਿੱਚ ਪਰਸੈਂਟੇਜ ਆਫ ਕਾਰਬਨ ਬਹੁਤ ਘੱਟ ਹੁੰਦਾ, ਇਸ ਕਰਕੇ ਇਹਦੀ ਡਕਟਿਲਿਟੀ ਪ੍ਰੋਪਰਟੀ ਕਾਫੀ ਜ਼ਿਆਦਾ ਹੁੰਦੀ ਹੈ। ਇਹ ਦੋਨੋਂ ਇਨਵਰਸਲੀ ਪ੍ਰਪੋਰਸ਼ਨਲ ਆ, ਡਕਟਾਈਲ ਐਂਡ ਡਕਟਿਲਿਟੀ ਐਂਡ ਸਟਰੈਂਥ। ਜਿੰਨਾ ਜ਼ਿਆਦਾ ਕਾਰਬਨ ਦਾ ਕੰਟੈਂਟ ਹੋਏਗਾ ਕਿਸੇ ਵੀ ਸਟੀਲ ਦੇ ਵਿੱਚ, ਮੋਸਟ ਇੰਪੋਰਟੈਂਟ ਥਿੰਗ ਇਜ਼ ਜਿੰਨਾ ਜ਼ਿਆਦਾ ਕਾਰਬਨ ਦਾ ਕੰਟੈਂਟ ਹੋਏਗਾ ਮਾਈਲਡ ਸਟੀਲ ਦੇ ਵਿੱਚ ਜਾਂ ਕਿਸੇ ਵੀ ਮਟੀਰੀਅਲ ਦੇ ਵਿੱਚ, ਉਹਦੀ ਉਨੀ ਹੀ ਜ਼ਿਆਦਾ ਸਟਰੈਂਥ ਹੋਏਗੀ ਅਤੇ ਉਨੀ ਹੀ ਘੱਟ ਡਕਟਿਲਿਟੀ ਹੋਏਗੀ। ਜਿੰਨਾ ਜ਼ਿਆਦਾ ਡਕਟਾਈਲ ਹੋਏਗਾ ਕੋਈ ਵੀ ਮਟੀਰੀਅਲ, ਉਹਦੀ ਪਰਸੈਂਟੇਜ ਆਫ ਉਹਦੇ ਵਿੱਚ ਪਰਸੈਂਟੇਜ ਆਫ ਕਾਰਬਨ ਘੱਟ ਹੋਏਗੀ, ਦੈਟ ਇਜ਼ ਉਹਦੀ ਸਟਰੈਂਥ ਘੱਟ ਹੋਏਗੀ। ਇਸ ਤਰ੍ਹਾਂ ਮਾਈਲਡ ਸਟੀਲ ਦੀ ਸਟਰੈਂਥ ਸਭ ਤੋਂ ਘੱਟ ਹੁੰਦੀ ਹੈ ਐਜ਼ ਕੰਪੇਅਰ ਟੂ ਅਦਰ ਟਾਈਪਸ ਆਫ ਸਟੀਲ। ਹੋਰ ਵੀ ਕਾਫੀ ਸਾਰੀਆਂ ਸਟੀਲਸ, ਮਾਈਲਡ ਸਟੀਲ ਦੀ ਸਟਰੈਂਥ ਸਭ ਤੋਂ ਘੱਟ ਹੁੰਦੀ, ਦੈਟ ਇਜ਼ Fe250, ਯਾਨੀ ਕਿ ਯੀਲਡ ਸਟਰੈਂਥ ਜਿਹੜੀ ਹੈ ਇਹਦੀ ਮਾਈਲਡ ਸਟੀਲ ਦੀ 250 MPa, 250 ਨਿਊਟਨ ਪਰ mm²। ਜਿਹੜੇ ਹੋਰ HAYS ਦੀ ਸਟੀਲ ਆ ਉਹ Fe415 ਤੋਂ ਸ਼ੁਰੂ ਹੋਏਗੀ। Fe415 ਮੀਨਸ ਉਹਦੀ ਯੀਲਡ ਸਟਰੈਂਥ ਹੋਏਗੀ 415। ਇਸੇ ਕਰਕੇ ਇਹਦੇ ਵਿੱਚ ਪਰਸੈਂਟੇਜ ਆਫ ਕਾਰਬਨ ਘੱਟ ਆ, ਇਹਦੀ ਡਕਟਿਲਿਟੀ ਬਹੁਤ ਜ਼ਿਆਦਾ। ਇਸ ਤਰ੍ਹਾਂ ਦੀਆਂ ਜਿਹੜੀਆਂ ਬਾਰਸ ਹੁੰਦੀਆਂ ਮੋਸਟਲੀ ਪਲੇਨ ਹੋਏਗੀਆਂ, ਇਹਦੇ ਉੱਪਰ ਕੋਈ ਵੀ ਰਿਬਸ ਜਾਂ ਡਿਫੋਰਮੇਸ਼ਨਸ ਪ੍ਰੈਜੈਂਟ ਨਹੀਂ ਹੋਏਗੀ, ਰਾਊਂਡ ਹੋਏਗੀ, ਹੌਟ ਰੋਲਡ ਪ੍ਰੋਸੈਸ ਕਰਕੇ ਬਣਾਈ ਹੁੰਦੀ ਹੈ। ਇਹਨੂੰ ਆਸਾਨੀ ਦੇ ਨਾਲ ਮੋੜਿਆ ਜਾ ਸਕਦਾ, ਵੈਲਡ ਕੀਤਾ ਜਾ ਸਕਦਾ। ਇਹ ਕੰਕਰੀਟ ਦੇ ਨਾਲ ਬੌਂਡ ਬਣਾਉਣ ਦੇ ਲਈ, ਡਿਵੈਲਪ ਕਰਨ ਦੇ ਲਈ ਸਾਨੂੰ ਮਾਈਲਡ ਸਟੀਲ ਦੇ ਐਂਡਸ 'ਤੇ ਹੁਕਸ ਜਾਂ ਬੈਂਡਸ ਪ੍ਰੋਵਾਈਡ ਕਰਨੀਆਂ ਪੈਂਦੀਆਂ ਤਾਂ ਕਿ ਇਹਦੀ ਪ੍ਰੋਪਰ ਐਨਕਰੇਜ ਹੋ ਸਕੇ। ਇਸ ਤਰ੍ਹਾਂ ਦੀ ਸਟੀਲ ਦਾ ਇੱਕ ਡੈਫੀਨਾਈਟ ਯੀਲਡ ਪੁਆਇੰਟ ਹੁੰਦਾ। ਇਹਦੇ ਵਿੱਚ ਸਟਰਕਚਰ ਮਕੈਨਿਕਸ ਦੇ ਵਿੱਚ ਤੁਸੀਂ ਸਟਰੈਸ ਸਟ੍ਰੇਨ ਡਾਇਗਰਾਮ ਪੜ੍ਹਿਆ ਹੋਏਗਾ ਮਾਈਲਡ ਸਟੀਲ ਦਾ। ਅਗਰ ਨਹੀਂ ਪੜ੍ਹਿਆ ਤਾਂ ਉਸਨੂੰ ਇੱਕ ਵਾਰੀ ਜ਼ਰੂਰ ਰਿਵਾਈਜ਼ ਕਰ ਲੈਣਾ। ਇਹਦੇ ਵਿੱਚ ਜਿਹੜਾ ਯੀਲਡ ਪੁਆਇੰਟ ਹੋਏਗਾ, ਯੀਲਡ ਪੁਆਇੰਟ ਮਤਲਬ ਯੀਲਡਿੰਗ ਦਾ ਮਤਲਬ ਹੁੰਦਾ ਅਗਰ ਕਿਸੇ ਮਟੀਰੀਅਲ ਦੇ ਉੱਪਰ ਆਪਾਂ ਲੋਡ ਅਪਲਾਈ ਕਰਦੇ ਆ, ਫੋਰ ਐਗਜ਼ਾਮਪਲ ਕੋਈ ਆਪਣੇ ਕੋਲ ਮਾਈਲਡ ਸਟੀਲ ਬਾਰ ਆ ਰੋਡ ਦੀ ਸ਼ੇਪ ਦੇ ਵਿੱਚ, ਅਗਰ ਦੋਨੋਂ ਐਂਡਸ ਦੇ ਉੱਪਰ ਆਪਾਂ ਟੈਂਸਾਈਲ ਲੋਡ ਅਪਲਾਈ ਕਰਦੇ, ਉਹਦੀ ਐਕਸਟੈਂਸ਼ਨ ਹੋਏਗੀ। ਜਦੋਂ ਉਹਦੇ ਉੱਪਰ ਫਸਟ ਕਰੈਕ ਜਾਂ ਉਹਦੀ ਡਿਫੋਰਮੇਸ਼ਨ ਸਟਾਰਟ ਹੋਏਗੀ, ਉਹਨੂੰ ਆਪਾਂ ਕਹਾਂਗੇ ਯੀਲਡ ਜਾਂ ਯੀਲਡ ਪੁਆਇੰਟ। ਲੇਕਿਨ ਉਸ ਤੋਂ ਬਾਅਦ ਵੀ ਇਲੋਂਗੇਸ਼ਨ ਹੁੰਦੀ ਰਹੇਗੀ ਕਿਉਂਕਿ ਇਹ ਡਕਟਾਈਲ ਮਟੀਰੀਅਲ ਆ,
ਉਹ ਵਾਲਾ ਜਿਹੜਾ ਪੁਆਇੰਟ ਹੋਏਗਾ ਉਹਨੂੰ ਕਹਿਣਾ ਯੀਲਡ ਪੁਆਇੰਟ। ਇਹਦੇ ਵਿੱਚ ਇੱਕ ਡੈਫੀਨਾਈਟ ਯੀਲਡ ਪੁਆਇੰਟ ਹੁੰਦਾ ਮਾਈਲਡ ਸਟੀਲ ਦੇ ਵਿੱਚ। ਅਗਰ ਕਿਸੇ ਹੋਰ ਟਾਈਪਸ ਆਫ ਸਟੀਲ ਦੀ ਗੱਲ ਕਰੀਏ HYSD ਸਟੀਲ, ਉਹਦਾ ਕੋਈ ਡੈਫੀਨਾਈਟ ਯੀਲਡ ਪੁਆਇੰਟ ਨਹੀਂ ਹੁੰਦਾ। ਇਹਦਾ ਇੱਕ ਇੰਪੋਰਟੈਂਟ ਪ੍ਰੋਪਰਟੀ ਹੈ ਮਾਈਲਡ ਸਟੀਲ ਦੀ। ਇਹ ਜਦੋਂ ਇਹਨੇ ਫੇਲ ਹੋਣਾ ਹੁੰਦਾ ਮਾਈਲਡ ਸਟੀਲ ਨੇ, ਉਸ ਤੋਂ ਪਹਿਲਾਂ ਇੱਕ ਵਾਰਨਿੰਗ, ਮਤਲਬ ਉਸ ਤੋਂ ਪਹਿਲਾਂ ਫੇਲ ਹੋਣ ਤੋਂ ਪਹਿਲਾਂ ਕੁਛ ਵਾਰਨਿੰਗ ਦਿੰਦਾ, ਯਾਨੀ ਕਿ ਆਪਾਂ ਨੂੰ ਟਾਈਮ ਮਿਲ ਜਾਂਦਾ, ਆਪਾਂ ਨੂੰ ਪਤਾ ਲੱਗ ਜਾਂਦਾ ਪਹਿਲਾਂ ਹੀ ਵੀ ਮਾਈਲਡ ਸਟੀਲ ਫੇਲ ਹੋਣ ਲੱਗੀ ਹੈ। ਇਹੀ ਇੱਕ ਮੋਸਟ ਇੰਪੋਰਟੈਂਟ ਕਾਰਨ ਆ ਅਰਥਕੁਏਕ ਰੈਜ਼ਿਸਟੈਂਟ ਬਿਲਡਿੰਗ ਦੇ ਵਿੱਚ ਜਿੰਨੀ ਵੀ ਆਪਾਂ ਸਟੀਲ ਦੀ ਵਰਤੋਂ ਕਰਨੀ ਹੈ। ਉਹਦਾ ਫਾਇਦਾ ਇਹ ਹੈ, ਜਿੰਨਾ ਜ਼ਿਆਦਾ ਸਟਰਕਚਰ ਆਪਣਾ ਡਕਟਾਈਲ ਹੋਏਗਾ, ਡਕਟਾਈਲ ਮੀਨ ਕਿੰਨਾ ਜ਼ਿਆਦਾ ਇਲੋਂਗੇਸ਼ਨ ਹੋਏਗੀ ਉਹਦੀ ਮਟੀਰੀਅਲ ਦੀ, ਦੈਟ ਇਜ਼ ਮਾਈਲਡ ਸਟੀਲ ਦੀ, ਬਿਫੋਰ ਫੇਲੀਅਰ। ਜਿੰਨਾ ਜ਼ਿਆਦਾ ਟਾਈਮ ਹੋਏਗਾ ਫੇਲੀਅਰ ਹੋਣ ਤੋਂ ਪਹਿਲਾਂ ਆਪਣੇ ਤੋਂ, ਉਨਾ ਜ਼ਿਆਦਾ ਸਟਰਕਚਰ ਦੇ ਵਿੱਚ ਅਗਰ ਕੋਈ ਇਨਸਾਨ ਪ੍ਰੈਜੈਂਟ ਆ, ਉਹਨੂੰ ਬਾਹਰ ਨਿਕਲਣ ਦੇ ਲਈ ਡਿਊਰਿੰਗ ਅਰਥਕੁਏਕ ਉਹਨੂੰ ਉਨਾ ਹੀ ਜ਼ਿਆਦਾ ਟਾਈਮ ਮਿਲੇਗਾ। ਜਿੰਨਾ ਜ਼ਿਆਦਾ ਸਟਰਕਚਰ ਡਕਟਾਈਲ ਹੋਏਗਾ ਉਨਾ ਜਲਦੀ ਉਹ ਫੇਲ ਨਹੀਂ ਹੋਏਗਾ, ਉਨਾ ਜ਼ਿਆਦਾ ਉਹਨੂੰ ਟਾਈਮ ਮਿਲੇਗਾ ਘਰ ਤੋਂ ਬਾਹਰ ਨਿਕਲਣ ਦੇ ਲਈ। ਸੋ ਅਰਥਕੁਏਕ ਰੈਜ਼ਿਸਟੈਂਟ ਬਿਲਡਿੰਗ ਬਣਾਉਣ ਦੇ ਲਈ ਸਟਰਕਚਰ ਸ਼ੁੱਡ ਬੀ ਡਕਟਾਈਲ। ਡਕਟਿਲਿਟੀ ਸਟਰਕਚਰ ਦੇ ਵਿੱਚ ਕਿਹਦੇ ਨਾਲ ਆਏਗੀ? ਸਟੀਲ ਦੇ ਨਾਲ। ਇਹ ਮਾਈਲਡ ਸਟੀਲ ਦੀ ਇੱਕ ਬਹੁਤ ਵੱਡੀ ਪ੍ਰੋਪਰਟੀ ਹੈ। ਫੇਲੀਅਰ ਹੋਣ ਤੋਂ ਪਹਿਲਾਂ ਇੱਕ ਵਾਰਨਿੰਗ ਜਾਂ ਟਾਈਮ ਪੀਰੀਅਡ ਆਪਾਂ ਨੂੰ ਮਿਲਦਾ ਹੈ। ਨੈਕਸਟ ਹੈ HYSD ਬਾਰ। HYSD ਬਾਰ ਹਾਈ ਯੀਲਡ ਸਟਰੈਂਥ ਡਿਫੋਰਮਡ ਬਾਰਸ। ਹਾਈ ਯੀਲਡ ਸਟਰੈਂਥ ਡਿਫੋਰਮਡ ਬਾਰਸ, ਇਹਦੀਆਂ ਵੀ ਕੁਛ ਪ੍ਰੋਪਰਟੀਜ਼ ਨੇ। ਇਹਦਾ ਜਿਹੜਾ ਯੀਲਡ ਪੁਆਇੰਟ ਹੁੰਦਾ HYSD ਬਾਰ ਦਾ ਬਹੁਤ ਜ਼ਿਆਦਾ ਹੁੰਦਾ, ਮਤਲਬ ਬਹੁਤ ਜ਼ਿਆਦਾ ਸਟਰੈਸ ਜਾਂ ਫੋਰਸ ਲਗਾਉਣ ਤੋਂ ਬਾਅਦ ਇਹਦੀ ਯੀਲਡਿੰਗ ਸਟਾਰਟ ਹੋਏਗੀ। ਲੇਕਿਨ ਮਾਈਲਡ ਸਟੀਲ ਦੀ ਯੀਲਡਿੰਗ ਪਹਿਲਾਂ ਹੀ ਸਟਾਰਟ ਹੋ ਜਾਏਗੀ। ਮਤਲਬ HYSD ਬਾਰ ਮਾਈਲਡ ਸਟੀਲ ਦੇ ਨਾਲੋਂ ਜ਼ਿਆਦਾ ਸਟਰੋਂਗ ਆ। ਇਹਦੀ ਸਟਰੈਂਥ ਵੀ ਕਾਫੀ ਜ਼ਿਆਦਾ ਹੁੰਦੀ ਹੈ। ਜਿੱਦਾਂ ਕਿ ਮੈਂ ਪਹਿਲਾਂ ਦੱਸਿਆ ਹੈ, ਮਾਈਲਡ ਸਟੀਲ ਦੀ ਯੀਲਡ ਸਟਰੈਂਥ ਹੋਏਗੀ ਜਾਂ ਕਰੈਕਟਰਿਸਟਿਕ ਸਟਰੈਂਥ ਹੋਏਗੀ 250 ਨਿਊਟਨ ਪਰ mm²। ਲੇਕਿਨ HYSD ਬਾਰਸ ਦੀ ਕਰੈਕਟਰਿਸਟਿਕ ਸਟਰੈਂਥ ਜਾਂ ਯੀਲਡ ਸਟਰੈਂਥ ਹੋਏਗੀ 415 ਨਿਊਟਨ ਪਰ mm² ਤੋਂ ਸਟਾਰਟ ਹੋਏਗੀ। ਫਿਰ 500, 510, 550, 600 ਇਸੇ ਤਰ੍ਹਾਂ ਇਨਕਰੀਜ਼ ਹੁੰਦੀ ਰਹਿੰਦੀ ਹੈ। ਅਤੇ ਇਹਦੀ ਇੱਕ ਇੰਪੋਰਟੈਂਟ ਨਾਲ ਹੀ ਜਿੱਦਾਂ ਮਾਈਲਡ ਸਟੀਲ ਦੇ ਵਿੱਚ ਮੈਂ ਦੱਸਿਆ ਇੱਕ ਡੈਫੀਨਾਈਟ ਯੀਲਡ ਪੁਆਇੰਟ ਹੁੰਦਾ, ਇਹਦੇ ਵਿੱਚ ਕੋਈ ਡੈਫੀਨਾਈਟ ਯੀਲਡ ਪੁਆਇੰਟ ਨਹੀਂ ਹੁੰਦਾ। ਜਿਹੜੀ ਯੀਲਡ ਸਟਰੈਸ ਹੋਏਗੀ ਉਹਨੂੰ ਆਪਾਂ ਡੈਜ਼ੀਗਨੇਟ ਕਰਦੇ, ਜਿਹੜੇ ਪ੍ਰੂਫ ਸਟਰੈਸ ਹੁੰਦੀ ਉਹਦਾ 0.2%। ਜਿਹੜੀ ਮਾਈਲਡ ਸਟੀਲ ਹੁੰਦੀ ਉਹਦੇ ਉੱਪਰ ਕੋਈ ਵੀ ਡਿਫੋਰਮੇਸ਼ਨ ਜਾਂ ਪ੍ਰੋਜੈਕਸ਼ਨ ਕੋਈ ਪ੍ਰੈਜੈਂਟ ਨਹੀਂ ਹੁੰਦੀ। ਲੇਕਿਨ HYSD ਬਾਰਸ ਦੇ ਉੱਪਰ ਡਿਫੋਰਮੇਸ਼ਨਸ ਪ੍ਰੈਜੈਂਟ ਹੁੰਦੀਆਂ, ਤਾਂ ਕਿ ਕੰਕਰੀਟ ਦੇ ਵਿੱਚ ਅਗਰ ਇਹਨੂੰ ਇੰਬੈਡ ਕਰੀਏ ਇਹ ਆਸਾਨੀ ਨਾਲ ਸਲਿੱਪ ਨਹੀਂ ਹੋਏਗੀ, ਇਹਦੇ ਨਾਲ ਬੌਂਡ ਅੱਛਾ ਬਣੇਗਾ। ਇਸੇ ਕਰਕੇ ਆਪਾਂ ਨੂੰ ਅਗਰ HYSD ਬਾਰਸ ਆਪਾਂ ਪ੍ਰੋਵਾਈਡ ਕਰਦੇ ਆ ਕੰਕਰੀਟ ਦੇ ਵਿੱਚ, ਐਂਡ 'ਤੇ ਹੁਕਸ ਜਾਂ ਬੈਂਡਸ ਪ੍ਰੋਵਾਈਡ ਕਰਨ ਦੀ ਕੋਈ ਲੋੜ ਨਹੀਂ ਹੈ। ਲੇਕਿਨ ਮਾਈਲਡ ਸਟੀਲ ਦੇ ਵਿੱਚ ਆਪਾਂ ਨੂੰ ਐਂਡ 'ਤੇ ਹੁਕਸ ਜਾਂ ਬੈਂਡਸ ਪ੍ਰੋਵਾਈਡ ਕਰਨਾ ਪੈਂਦਾ। ਓਵਰਲੈਪ ਲੈਂਥ ਇਹਦੇ ਵਿੱਚ ਬਹੁਤ ਘੱਟ ਚਾਹੀਦੀ ਹੁੰਦੀ ਹੈ। ਇਟ ਰਿਕੁਆਇਰਸ ਲੈਸ ਲੈਂਥ ਆਫ ਓਵਰਲੈਪ ਐਂਡ ਹੈਂਸ ਪ੍ਰੂਵਸ ਟੂ ਬੀ ਇਕਨੋਮੀਕਲ। ਇਸੇ ਕਰਕੇ ਇਹ ਜ਼ਿਆਦਾ ਇਕਨੋਮੀਕਲ ਆ। ਇਹਦੀ ਜਿਹੜੀ ਟੈਂਸਾਈਲ ਸਟਰੈਂਥ ਹੁੰਦੀ, ਜਿੱਦਾਂ ਕਿ ਮੈਂ ਪਹਿਲਾਂ ਦੱਸਿਆ HYSD ਬਾਰ ਦੀ ਬਹੁਤ ਜ਼ਿਆਦਾ ਹੁੰਦੀ ਹੈ। ਇਸ ਤੋਂ ਬਾਅਦ ਕੁਛ ਲੋਡਿੰਗਸ ਆ ਸਟਰਕਚਰ ਦੇ ਉੱਪਰ, ਕਿਸ ਤਰ੍ਹਾਂ ਦੀਆਂ ਲੋਡਿੰਗਸ ਆਉਂਦੀਆਂ ਉਹ ਹੈ ਐਜ਼ ਪਰ IS 1987। ਇਹ ਵੀ ਤੁਸੀਂ 875 ਜਿਹੜਾ ਕੋਡ ਆ ਗੂਗਲ ਤੋਂ ਸਿੰਪਲੀ ਡਾਊਨਲੋਡ ਕਰ ਸਕਦੇ। ਇਹਦੇ ਕਾਫੀ ਸਾਰੇ ਪਾਰਟ ਆ। ਪਾਰਟ 1 ਇਹਦਾ ਡੀਲ ਕਰਦਾ ਹੈ ਡੈਡ ਲੋਡ ਦੇ ਨਾਲ, ਦੈਟ ਇਜ਼ ਸੈਲਫ ਲੋਡ। ਪਾਰਟ 2 ਇਹਦਾ ਡੀਲ ਕਰਦਾ ਹੈ ਲਾਈਵ ਲੋਡ ਦੇ ਨਾਲ, ਦੈਟ ਇਜ਼ ਸੁਪਰ ਇੰਪੋਜ਼ਡ ਲੋਡ। ਪਾਰਟ 3 ਵਿੰਡ ਲੋਡ ਦੇ ਨਾਲ। ਪਾਰਟ 4 ਸਨੋ ਲੋਡ ਦੇ ਨਾਲ। ਪਾਰਟ 5 ਇੰਪੈਕਟ ਲੋਡ ਦੇ ਨਾਲ। ਅਤੇ ਅਰਥਕੁਏਕ ਲੋਡਸ ਜਾਂ ਸਿਸਮਿਕ ਲੋਡਸ ਦੇ ਲਈ ਇੱਕ ਅਲੱਗ ਤੋਂ ਕੋਡ ਹੈ ਜਿਹਦਾ ਨਾਮ ਹੈ IS 1893 2002। ਸੋ ਡੈਡ ਲੋਡ ਕੀ ਹੈ? ਡੈਡ ਲੋਡ ਐਜ਼ ਪਰ IS 875 ਪਾਰਟ 1, ਡੈਡ ਲੋਡ
ਕਿਸੇ ਵੀ ਸਟਰਕਚਰਲ ਮੈਂਬਰਸ ਦਾ ਆਪਣਾ ਖੁਦ ਦਾ weight ਅਤੇ ਉਹਦੇ ਉੱਪਰ ਕੋਈ ਵੀ ਪਰਮਾਨੈਂਟ ਲੋਡ ਕਿਸੇ ਵੀ ਕਾਰਨ ਡਿਊ ਟੂ ਫਿਲਿੰਗ ਮਟੀਰੀਅਲ ਕਰਕੇ ਜਾਂ ਫਿਨਿਸ਼ਿੰਗ ਮਟੀਰੀਅਲ ਕਰਕੇ ਹੋਵੇ, ਉਹਨੂੰ ਆਪਾਂ ਕਹਿਣਾ ਡੈਡ ਲੋਡ। ਇਸ ਤਰ੍ਹਾਂ ਦੇ ਲੋਡਸ ਕੌਂਸਟੈਂਟ ਹੁੰਦੇ ਆ ਮੈਗਨੀਟਿਊਡ ਦੇ ਵਿੱਚ ਵੀ ਅਤੇ ਪੋਜੀਸ਼ਨ ਦੇ ਵਿੱਚ ਵੀ। ਨਾ ਹੀ ਤਾਂ ਇਹਦਾ ਮੈਗਨੀਟਿਊਡ ਡਿਊਰਿੰਗ ਸਰਵਿਸ ਪੀਰੀਅਡ, ਨਾ ਤਾਂ ਮੈਗਨੀਟਿਊਡ ਚੇਂਜ ਹੋਏਗਾ, ਨਾ ਹੀ ਇਹਦੀ ਪੋਜੀਸ਼ਨ ਚੇਂਜ ਹੋਏਗੀ ਜਿੰਨੀ ਵੀ ਸਟਰਕਚਰ ਦਾ ਲਾਈਫ ਪੀਰੀਅਡ ਜਾਂ ਲਾਈਫ ਟਾਈਮ ਆ। ਸੋ ਡੈਡ ਲੋਡ ਦੇ ਵਿੱਚ ਇੱਕ ਤਾਂ ਸੈਲਫ ਵੇਟ ਹੋ ਗਿਆ ਸਟਰਕਚਰ ਦਾ, ਅਤੇ ਉਹਦੇ ਉੱਪਰ ਜੋ ਵੀ ਪਰਮਾਨੈਂਟ ਲੋਡਸ ਹੋਣਗੇ। ਫੋਰ ਐਗਜ਼ਾਮਪਲ ਅਗਰ ਤੁਹਾਡੇ ਘਰ ਦੀ ਕੋਈ ਛੱਤ ਹੈ, ਸਲੈਬ ਹੈ, ਇੱਕ ਅਗਰ ਤੁਸੀਂ ਸਲੈਬ ਦਾ ਡੈਡ ਲੋਡ ਕੈਲਕੂਲੇਟ ਕਰਨਾ, ਇੱਕ ਤਾਂ ਸਲੈਬ ਜਿਹੜੀ ਸੀਮੈਂਟ ਕੰਕਰੀਟ ਦੀ ਪਾਣੀ ਉਹਦਾ ਇੱਕ ਆਪਣਾ ਸੈਲਫ ਵੇਟ। ਇਹ ਸਲੈਬ ਦੇ ਉੱਪਰ ਤੁਸੀਂ ਕਿਸੇ ਮਟੀਰੀਅਲ ਦੇ ਨਾਲ ਅਗਰ ਫਿਲਿੰਗ ਕਰੋਗੇ, ਉੱਪਰ ਮਤਲਬ ਫਲੋਰ ਬਣਾਉਣ ਦੇ ਲਈ ਫਿਲਿੰਗ ਕਰੋਗੇ ਕਿਸੇ ਦੇ ਨਾਲ, ਫੋਰ ਐਗਜ਼ਾਮਪਲ ਕੋਈ ਬਰੋਕਨ ਸਟੋਨ ਦੇ ਨਾਲ ਜਾਂ ਸੋਇਲ ਦੇ ਨਾਲ ਜਾਂ ਸੈਂਡ ਦੇ ਨਾਲ, ਉਹ ਫਿਲਿੰਗ ਮਟੀਰੀਅਲ ਆ ਗਿਆ। ਉਹਦੇ ਉੱਪਰ ਤੁਸੀਂ ਫਿਨਿਸ਼ਿੰਗ ਦੇ ਲਈ ਅਗਰ ਟਾਈਲ ਵਰਕ ਜਾਂ ਮਾਰਬਲ ਵਰਕ ਲਗਾਓਗੇ, ਉਹ ਫਿਨਿਸ਼ਿੰਗ ਮਟੀਰੀਅਲ। ਸੋ ਇਹਨਾਂ ਤਿੰਨਾਂ ਚੀਜ਼ਾਂ ਦਾ ਇੱਕ ਸੈਲਫ ਵੇਟ ਆਫ ਸਲੈਬ ਪਲੱਸ ਫਿਲਿੰਗ ਮਟੀਰੀਅਲ ਦਾ ਵੇਟ, ਉੱਪਰ ਫਿਨਿਸ਼ਿੰਗ ਮਟੀਰੀਅਲ ਲਾਈਕ ਫਿਨਿਸ਼ਿੰਗ ਮਾਰਬਲ ਔਰ ਟਾਈਲਸ ਐਕਸੈਕਟਰਾ, ਇਹਨਾਂ ਤਿੰਨਾਂ ਦਾ ਵੇਟ ਪਲੱਸ ਕਰਕੇ ਜਿਹੜਾ ਹੋਏਗਾ ਵੇਟ, ਉਹਨੂੰ ਆਪਾਂ ਕਹਿੰਦੇ ਡੈਡ ਲੋਡ। ਇਸ ਤਰ੍ਹਾਂ ਦੇ ਲੋਡਸ ਹਮੇਸ਼ਾ ਕੌਂਸਟੈਂਟ ਰਹਿਣਗੇ ਡਿਊਰਿੰਗ ਦਾ ਲਾਈਫ ਟਾਈਮ ਆਫ ਦੀ ਸਟਰਕਚਰ, ਅਤੇ ਇਹਦੀ ਪੋਜੀਸ਼ਨ ਵੀ ਵੇਰੀ ਨਹੀਂ ਕਰੇਗੀ। ਨੈਕਸਟ ਹੈ ਲਾਈਵ ਲੋਡ। ਲਾਈਵ ਲੋਡ ਨੂੰ ਸੁਪਰ ਇੰਪੋਜ਼ਡ ਲੋਡ ਵੀ ਕਹਿੰਦੇ ਆ। ਜਿੱਦਾਂ ਕਿ ਡੈਡ ਲੋਡ ਮੈਂ ਦੱਸਿਆ ਪਾਰਟ 1 ਦੇ ਵਿੱਚ 875 ਦੇ ਵਿੱਚ, ਲਾਈਵ ਲੋਡ ਦੇ ਲਈ 875 ਦਾ ਪਾਰਟ 2 ਤੁਸੀਂ ਡਾਊਨਲੋਡ ਕਰ ਸਕਦੇ ਹੋ ਗੂਗਲ ਤੋਂ। ਇਹ ਲਾਈਵ ਲੋਡ ਉਹ ਵਾਲੇ ਲੋਡ ਹੈ ਜਿਹਦੀ ਮੈਗਨੀਟਿਊਡ ਵੀ ਵੇਰੀ ਕਰਦਾ, ਪੋਜੀਸ਼ਨ ਵੀ ਵੇਰੀ ਕਰਦਾ। ਮਤਲਬ ਤੁਸੀਂ ਕੋਈ ਸਲੈਬ ਕੰਸਟਰਕਟ ਕਰ ਲਈ ਹੈ, ਉਹਦੇ ਉੱਪਰ ਫਿਲਿੰਗ ਵੀ ਕਰ ਲਈ ਹੈ, ਉਹਦੇ ਉੱਪਰ ਫਿਨਿਸ਼ਿੰਗ ਵਰਕ ਵੀ ਕਰ ਲਿਆ, ਉਹਦੇ ਉੱਪਰ ਜਿਹੜਾ ਤੁਸੀਂ ਸਮਾਨ ਰੱਖੋਗੇ, ਫੋਰ ਐਗਜ਼ਾਮਪਲ ਫਰਨੀਚਰ, ਬੈੱਡ, ਜੋ ਵੀ ਮੂਵੇਬਲ ਚੀਜ਼ਾਂ ਹੋਣਗੀਆਂ, ਮਤਲਬ ਈਵਨ ਤੁਸੀਂ ਪਰਸਨ ਕੋਈ ਮੂਵ ਕਰੇਗਾ, ਉਹ ਵੀ ਹੋਏਗਾ ਲਾਈਵ ਲੋਡ। ਇਸ ਤਰ੍ਹਾਂ ਦੇ ਲੋਡਸ ਨੂੰ ਆਪਾਂ ਸੁਪਰ ਇੰਪੋਜ਼ਡ ਲੋਡ ਵੀ ਕਹਿ ਦਿੰਦੇ ਹਾਂ। ਲਾਈਵ ਲੋਡ ਦੇ ਵਿੱਚ ਕੋਈ ਵੀ ਐਕਸਟਰਨਲ ਲੋਡਸ ਹੋ ਸਕਦਾ ਜੋ ਵੀ ਸਟਰਕਚਰ ਦੇ ਉੱਪਰ ਆਏਗਾ। ਮਤਲਬ ਜੋ ਇੱਕ ਤੁਸੀਂ ਸਲੈਬ ਬਣਾ ਲਈ, ਉਹਦੇ ਉੱਪਰ ਜੋ ਪਰਮਾਨੈਂਟ ਲੋਡ ਆ ਉਹ ਡੈਡ ਲੋਡ, ਜਿਹੜਾ ਪਰਮਾਨੈਂਟ ਨਹੀਂ ਹੈ, ਜਿਹੜਾ ਵੇਰੀ ਕਰਦਾ ਪੋਜੀਸ਼ਨ ਅਤੇ ਮੈਗਨੀਟਿਊਡ ਦੇ ਵਿੱਚ, ਉਹਨੂੰ ਆਪਾਂ ਕਹਿੰਦੇ ਲਾਈਵ ਲੋਡ। ਫੋਰ ਐਗਜ਼ਾਮਪਲ ਇਨ ਕੇਸ ਆਫ ਅਗਰ ਤੁਸੀਂ ਕਲਾਸਰੂਮ ਦੇ ਵਿੱਚ ਬੈਠੇ ਹੋ, ਤਾਂ ਕਲਾਸਰੂਮ ਦਾ ਜਿਹੜਾ ਨੀਚੇ ਵਾਲਾ ਸਲੈਬ ਪਲੱਸ ਫਿਨਿਸ਼ਿੰਗ ਪਲੱਸ ਟਾਈਲ ਵਰਕ ਵਾਲਾ ਲੋਡ ਹੈ, ਉਹ ਸਾਰਾ ਟੋਟਲ ਕਰਕੇ ਉਹਨੂੰ ਕਹਿਣਾ ਡੈਡ ਲੋਡ, ਕਿਉਂਕਿ ਉਹ ਨਾ ਹੀ ਤਾਂ ਚੇਂਜ ਹੋਏਗਾ ਡਿਊਰਿੰਗ ਦੀ ਲਾਈਫ ਟਾਈਮ ਆਫ ਦੀ ਸਟਰਕਚਰ, ਨਾ ਹੀ ਉਹਦੀ ਪੋਜੀਸ਼ਨ ਵੇਰੀ ਹੋਏਗੀ। ਲੇਕਿਨ ਉਹਦੇ ਉੱਪਰ ਜਿਹੜੇ ਬੈਂਚਿਸ ਪਏ ਆ ਜਾਂ ਟੇਬਲ ਸਟੈਂਡ ਆ, ਕੋਈ ਲੈਕਚਰ ਸਟੈਂਡ ਆ, ਉਹ ਸਭ ਕੁਛ ਹੈ ਲਾਈਵ ਲੋਡ। ਈਵਨ ਸਟੂਡੈਂਟ ਦਾ ਵੇਟ ਐਂਡ ਟੀਚਰਸ ਦਾ ਵੇਟ ਵੀ ਹੈ ਲਾਈਵ ਲੋਡ, ਜਿਹੜਾ ਮੂਵ ਕਰਦਾ, ਜਿਹਦਾ ਮੈਗਨੀਟਿਊਡ ਵੀ ਚੇਂਜ ਹੁੰਦਾ, ਕਿਸੇ ਦਾ ਵੇਟ ਘੱਟ ਆ, ਕਿਸੇ ਦਾ ਵੇਟ ਜ਼ਿਆਦਾ। ਇਸ ਤਰ੍ਹਾਂ ਦੇ ਮਤਲਬ ਸਟਰਕਚਰ ਪਰਮਾਨੈਂਟ ਸਟਰਕਚਰ ਤੋਂ ਇਲਾਵਾ, ਪਰਮਾਨੈਂਟ ਲੋਡ ਤੋਂ ਇਲਾਵਾ ਕੋਈ ਵੀ ਲੋਡ ਜਿਹੜਾ ਵੇਰੀ ਕਰਦਾ, ਐਕਸਟਰਨਲੀ ਅਪਲਾਈ ਕਰਾਂਗੇ, ਉਸ ਲੋਡ ਨੂੰ ਕਹਿਣਾ ਲਾਈਵ ਲੋਡ। ਨੈਕਸਟ ਹੈ ਵਿੰਡ ਲੋਡ। ਵਿੰਡ ਲੋਡ ਕਿਸੇ ਵੀ ਸਟਰਕਚਰ 'ਤੇ ਅਗਰ ਇਸ ਤੋਂ ਪਹਿਲਾਂ ਮੈਂ ਦੱਸਦਾ 875 ਦਾ ਇਹ ਪਾਰਟ 3 ਕੋਡ ਹੈ ਜਿਹੜਾ ਇਹਦੇ ਨਾਲ ਡੀਲ ਕਰਦਾ ਹੈ। ਤਾਂ ਵਿੰਡ ਲੋਡ ਕਿਸੇ ਵੀ ਸਟਰਕਚਰ ਦੇ ਉੱਪਰ ਅਗਰ ਕੋਈ ਹਵਾ ਕਰਕੇ ਲੋਡ ਲੱਗਦਾ ਹੈ ਤਾਂ ਉਹਨੂੰ ਕਹਿਣਾ ਵਿੰਡ ਲੋਡ। ਵਿੰਡ ਲੋਡ ਯੂਜਲੀ ਹੌਰੀਜੈਂਟਲ ਹੋਏਗਾ ਗਰਾਊਂਡ ਦੇ, ਗਰਾਊਂਡ ਹੌਰੀਜੈਂਟਲ ਟੂ ਦੀ ਗਰਾਊਂਡ ਹੋਏਗਾ। ਅਗਰ ਹਵਾ ਬਹੁਤ ਜ਼ਿਆਦਾ ਤੇਜ਼ ਸਪੀਡ 'ਤੇ ਚੱਲੇਗੀ ਅਤੇ ਇਹਦਾ ਜਿਹੜਾ ਐਟਮੋਸਫੇਰਿਕ ਮੋਸ਼ਨ ਹੋਏਗਾ, ਉਹਦਾ ਇੱਕ ਵਰਟੀਕਲ ਕੰਪੋਨੈਂਟ ਵੀ ਹੋਏਗਾ, ਲੇਕਿਨ ਉਹ ਬਹੁਤ ਘੱਟ ਕੁਆਂਟਿਟੀ ਦੇ ਵਿੱਚ ਹੁੰਦਾ। ਵਿੰਡ ਲੋਡ ਅਗਰ ਤੁਸੀਂ ਕੈਲਕੂਲੇਟ ਕਰਨਾ ਚਾਹੋ ਤਾਂ ਟੋਲ ਬਿਲਡਿੰਗਸ ਦੇ ਵਿੱਚ ਇਹਨੂੰ ਕੈਲਕੂਲੇਟ ਕਰਨਾ ਪੈਂਦਾ। ਅਗਰ ਕੋਈ ਸਮੋਲ ਸਟਰਕਚਰ 30 ਮੀਟਰ ਤੋਂ ਨੀਚੇ ਸਟੋਰੀ ਹੈ ਤਾਂ ਉਹਦੇ ਵਿੱਚ ਇੰਨਾ ਇਫੈਕਟ ਨਹੀਂ ਦੇਖਿਆ ਜਾ ਸਕਦਾ, ਲੇਕਿਨ 30 ਮੀਟਰ ਤੋਂ ਅਗਰ ਅਬਵ ਸਟੋਰੀਜ਼ ਆ, ਉੱਥੇ ਵਿੰਡ ਲੋਡ ਆਸਾਨੀ ਨਾਲ ਦੇਖਿਆ ਜਾ ਸਕਦਾ, ਮਹਿਸੂਸ ਕੀਤਾ ਜਾ ਸਕਦਾ, ਹਵਾ ਕਰਕੇ ਲੋਡ ਲੱਗੇਗਾ ਸਟਰਕਚਰ 'ਤੇ।
ਨੈਕਸਟ ਹੈ ਅਰਥਕੁਏਕ ਲੋਡਸ। ਅਰਥਕੁਏਕ ਲੋਡਸ ਮਤਲਬ ਅਰਥਕੁਏਕ ਕਰਕੇ ਜਿਹੜਾ ਲੋਡ ਕਿਸੇ ਵੀ ਸਟਰਕਚਰ ਦੇ ਉੱਪਰ ਲੱਗਦਾ ਹੈ ਉਹਨੂੰ ਕਹਿੰਦੇ ਅਰਥਕੁਏਕ ਲੋਡਸ ਜਾਂ ਸਿਸਮਿਕ ਲੋਡ। ਇਹਦੇ ਲਈ ਜਿਹੜਾ ਕੋਡ ਆ IS 1893 2002। ਮੈਂ ਇੱਕ ਵਾਰ ਫੇਰ ਦੱਸ ਦੇਵਾਂ, ਇਹ ਸਾਰੇ ਕੋਡਸ ਤੁਸੀਂ ਡਾਊਨਲੋਡ ਕਰਕੇ ਆਪਣੇ ਕੋਲ ਰੱਖ ਸਕਦੇ ਹੋ, ਲੇਕਿਨ ਇਹ ਵਾਲੇ ਕੋਡਸ 875 ਵਾਲੇ ਐਗਜ਼ਾਮੀਨੇਸ਼ਨ ਦੇ ਵਿੱਚ ਅਲਾਊਡ ਨਹੀਂ ਹੁੰਦੇ। ਐਗਜ਼ਾਮੀਨੇਸ਼ਨ ਦੇ ਵਿੱਚ ਸਿਰਫ ਇੱਕ ਹੀ ਕੋਡ ਅਲਾਊਡ ਆ, ਦੈਟ ਇਜ਼ IS 456। ਸੋ ਅਰਥਕੁਏਕ ਲੋਡ ਜਿਹੜਾ ਵੀ ਹੈ ਇਹ ਯੂਜ਼ਫੁਲ ਆ ਅਗਰ ਤੁਸੀਂ ਅੱਗੇ ਫਰਦਰ ਡਿਜ਼ਾਈਨਿੰਗ ਦੇ ਵਿੱਚ ਕੰਮ ਕਰਨਾ ਚਾਹੋ। ਅੱਗੇ 6th ਸਮੈਸਟਰ ਦੇ ਵਿੱਚ ਅਰਥਕੁਏਕ ਰੈਜ਼ਿਸਟੈਂਟ ਬਿਲਡਿੰਗ ਕੰਸਟਰਕਸ਼ਨ ਸਬਜੈਕਟ ਆ, ਉਹਦੇ ਵਿੱਚ ਵੀ ਇਹ ਯੂਜ਼ਫੁਲ ਆ ਕੋਡ ਇਹ ਵਾਲਾ। ਸੋ ਅਰਥਕੁਏਕ ਕਰਕੇ ਜਿਹੜਾ ਵੀ ਬਿਲਡਿੰਗਸ ਦੇ ਉੱਪਰ ਜਾਂ ਸਟਰਕਚਰ ਦੇ ਉੱਪਰ ਲੋਡ ਲੱਗੇਗਾ ਐਕਸਟਰਨਲੀ ਉਹਨੂੰ ਕਹਿਣਾ ਅਰਥਕੁਏਕ ਲੋਡ ਜਾਂ ਸਿਸਮਿਕ ਲੋਡ। ਉਹ ਜੋ ਓਲਡ ਇਹਦਾ ਰਿਵੀਜ਼ਨ ਸੀਗੀ ਪਹਿਲਾਂ 1893 2002 ਤੋਂ ਪਹਿਲਾਂ ਜਿੰਨੇ ਇਹਦੇ ਰਿਵੀਜ਼ਨ ਹੋਈ ਆ ਉਹਦੀ ਓਲਡ ਕੋਡ ਪ੍ਰੋਵੀਜ਼ਨ ਦੇ ਅਕੋਰਡਿੰਗ ਆਪਣੀ ਕੰਟਰੀ ਦੈਟ ਇਜ਼ ਇੰਡੀਆ ਨੂੰ 5 ਸਿਸਮਿਕ ਜ਼ੋਨਸ ਦੇ ਵਿੱਚ ਵੰਡਿਆ ਹੋਇਆ ਸੀ। ਜ਼ੋਨਸ ਮਤਲਬ ਏਰੀਆ। ਬਟ ਲੇਟੈਸਟ ਕੋਡਲ ਰਿਵੀਜ਼ਨ ਦੇ ਅਕੋਰਡਿੰਗ 2002 ਦੇ ਅਕੋਰਡਿੰਗ ਜ਼ੋਨ 1 ਨੂੰ ਜ਼ੋਨ 2 ਦੇ ਵਿੱਚ ਹੀ ਮਰਜ ਕਰ ਦਿੱਤਾ ਹੈ। ਮਤਲਬ ਇੰਡੀਆ ਦਾ ਕੋਈ ਵੀ ਪਾਰਟ, ਇੰਡੀਆ ਦੀ ਧਰਤੀ ਦਾ ਲੈਂਡ ਦਾ ਕੋਈ ਵੀ ਪਾਰਟ ਅਰਥਕੁਏਕ ਫਰੀ ਨਹੀਂ ਹੈ। ਹੁਣ ਆਪਣੀ ਕੰਟਰੀ ਨੂੰ ਅਗਰ ਸਿਸਮਿਕ ਜ਼ੋਨ 'ਚ ਡਿਵਾਈਡ ਕਰੀਏ ਤਾਂ ਸਿਰਫ 4 ਸਿਸਮਿਕ ਜ਼ੋਨ ਹੈ। ਜ਼ੋਨ 1 ਮਰਜ ਕਰ ਦਿੱਤਾ ਗਿਆ ਹੈ ਜ਼ੋਨ 2 ਦੇ ਵਿੱਚ। ਦੇਅਰਫੋਰ 4 ਸਿਸਮਿਕ ਜ਼ੋਨਸ ਆਰ ਜ਼ੋਨ 2, ਜ਼ੋਨ 3, ਜ਼ੋਨ 4, ਜ਼ੋਨ 5। ਨੈਕਸਟ ਹੈ ਸਨੋ ਲੋਡ। ਸਨੋ ਲੋਡ IS 875 ਦਾ ਪਾਰਟ 4 ਇਸ ਨਾਲ ਡੀਲ ਕਰਦਾ ਹੈ। ਇਸ ਸਟਰਕਚਰ ਦੇ ਉੱਪਰ ਸਨੋ ਕਰਕੇ ਜਿਹੜਾ ਲੋਡ ਲੱਗੇਗਾ ਉਹਨੂੰ ਕਹਾਂਗੇ ਸਨੋ ਲੋਡ। ਨੋਰਮਲੀ ਇਨ ਹਿਲੀ ਏਰੀਆਜ਼ ਦੇ ਵਿੱਚ ਜਿੱਥੇ ਜ਼ਿਆਦਾ ਸਨੋਫਾਲ ਹੁੰਦੀ ਹੈ ਉੱਥੇ ਸਨੋ ਲੋਡ ਨੂੰ ਕੈਲਕੂਲੇਟ ਕਰਨਾ ਪੈਂਦਾ ਹੈ। ਐਕਚੁਅਲੀ ਸਨੋ ਲੋਡ ਜਿਹੜਾ ਵੀ ਹੈ ਇਹ ਡਿਪੈਂਡ ਕਰਦਾ ਰੂਫ ਦੀ ਸ਼ੇਪ ਕਿਸ ਤਰ੍ਹਾਂ ਦੀ ਹੈ। ਇਸੇ ਕਰਕੇ ਮੋਸਟਲੀ ਹਿਲੀ ਏਰੀਆ ਦੇ ਵਿੱਚ ਜਿਹੜੀ ਰੂਫਸ ਆ ਉਹ ਪਿਸਟ ਰੂਫ ਹੋਏਗੀ ਜਾਂ ਮਤਲਬ ਸਲੋਪੀ ਰੂਫ ਹੋਏਗੀ। ਇਹ ਹੁੰਦੀ ਹੈ ਫਲੈਟ ਰੂਫ ਨਹੀਂ ਹੁੰਦੀ, ਤਾਂ ਕਰਕੇ ਵੀ ਸਨੋ ਲੋਡ ਉਹਦੇ ਉੱਪਰ ਘੱਟ ਤੋਂ ਘੱਟ ਰਵੇ। ਨੈਕਸਟ ਹੈ ਇੰਪੈਕਟ ਲੋਡ। ਇੰਪੈਕਟ ਮਤਲਬ ਡਾਇਨਮਿਕ ਲੋਡ। ਡਾਇਨਮਿਕ ਮਤਲਬ ਮੂਵਮੈਂਟ ਕਿਸੇ ਚੀਜ਼ ਦੀ ਅਗਰ ਮੂਵਮੈਂਟ ਹੋ ਰਹੀ ਆ ਉਹਦੇ ਕਰਕੇ ਜਿਹੜਾ ਲੋਡ ਜਾਂ ਇਫੈਕਟ ਹੋਏਗਾ ਉਹਨੂੰ ਕਹਿਣਾ ਇੰਪੈਕਟ ਲੋਡ। ਇਹਦੇ ਨਾਲ ਜਿਹੜਾ ਪਾਰਟ 875 ਦਾ ਪਾਰਟ 5 ਡੀਲ ਕਰਦਾ ਹੈ। ਰੋਲਿੰਗ ਲੋਡਸ ਅਗਰ ਕੋਈ ਇਸ ਸਟਰਕਚਰ 'ਤੇ ਹੈ ਜਿਹਦੇ ਕਰਕੇ ਵਾਈਬ੍ਰੇਸ਼ਨਸ ਪ੍ਰੋਡਿਊਸ ਹੁੰਦੀਆਂ ਜਾਂ ਇੰਪੈਕਟ ਇਫੈਕਟ ਪ੍ਰੋਡਿਊਸ ਹੁੰਦਾ ਉਹਨੂੰ ਆਪਾਂ ਕਹਿੰਦੇ ਹਾਂ ਇੰਪੈਕਟ ਲੋਡ ਜਾਂ ਡਾਇਨਮਿਕ ਇਫੈਕਟ। ਲਾਈਵ ਲੋਡ ਨੂੰ ਇਨਕਰੀਜ਼ ਕੀਤਾ ਜਾਂਦਾ ਬਾਏ ਐਡਿੰਗ ਦੀ ਇੰਪੈਕਟ ਲੋਡ ਟੂ ਇਟ। ਅਗਰ ਕਿਸੇ ਆਪਾਂ ਨੂੰ ਇੰਪੈਕਟ ਲੋਡ ਕਿਸੇ ਬਿਲਡਿੰਗ ਦੇ ਉੱਪਰ ਹੈ ਤਾਂ ਉਸਨੂੰ ਲਾਈਵ ਲੋਡ ਨੂੰ ਇਨਕਰੀਜ਼ ਕੀਤਾ ਜਾਂਦਾ। ਅਗਰ ਤੁਸੀਂ ਲੋਡ ਕੈਲਕੂਲੇਸ਼ਨ ਕਰੋਗੇ ਉਹਦੇ ਵਿੱਚ ਡਿਟੇਲ ਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਕਿੱਦਾਂ ਇਹਨੂੰ ਐਡ ਕੀਤਾ ਜਾਂਦਾ। ਲਾਈਵ ਲੋਡ ਦੇ ਵਿੱਚ ਇੰਪੈਕਟ ਲੋਡ ਦੇ ਨਾਲ ਐਡ ਕੀਤਾ ਜਾਂਦਾ। ਇਹਦੇ ਲਈ ਕੁਛ ਮੈਗਨੀਟਿਊਡ ਵੀ ਹੁੰਦੇ। ਡਿਪਲੋਮਾ ਲੈਵਲ ਦੇ ਵਿੱਚ ਇੰਨਾ ਯੂਜ਼ਫੁਲ ਨਹੀਂ ਹੈ। ਅਗਰ ਤੁਸੀਂ ਡਿਟੇਲ ਦੇ ਵਿੱਚ ਡਿਜ਼ਾਈਨ ਕਰਨਾ ਚਾਹੋ ਡਿਗਰੀ ਲੈਵਲ ਜਾਂ ਪੋਸਟ ਗ੍ਰੈਜੂਏਟ ਲੈਵਲ ਦੇ ਵਿੱਚ ਲੋਡ ਕੋਂਬੀਨੇਸ਼ਨ ਕੀ ਹੁੰਦਾ ਉੱਥੇ ਇਹ ਚੀਜ਼ ਹੈਲਪਫੁਲ ਆ। ਸੋ ਨੈਕਸਟ ਜੋ ਵੀ ਰੈਫਰੈਂਸਿਸ ਇਸ ਵੀਡੀਓਜ਼ ਨੂੰ ਬਣਾਉਣ ਦੇ ਲਈ ਓਬੀਅਸ IS 456 2000 ਦੈਟ ਇਜ਼ ਕੋਡ ਆਫ ਪ੍ਰੈਕਟਿਸ ਫॉर ਪਲੇਨ ਐਂਡ ਰੀਇਨਫੋਰਸਡ ਸੀਮੈਂਟ ਕੰਕਰੀਟ। ਇਹਦਾ ਨੇਮ ਕੋਡ ਆਫ ਪ੍ਰੈਕਟਿਸ ਫॉर ਪਲੇਨ ਐਂਡ ਰੀਇਨਫੋਰਸਡ ਸੀਮੈਂਟ ਕੰਕਰੀਟ IS 456। ਨੈਕਸਟ ਜਿਹੜੀ ਮੈਂ ਬੁੱਕ ਰੈਫਰ ਕੀਤੀ ਹੈ RCC ਡਿਜ਼ਾਈਨ ਬਾਏ ਰਜੀਵ ਭਾਟੀਆ। ਕੁਛ ਡਿਪਲੋਮਾ ਕੋਰਸ ਦੇ ਪ੍ਰੀਵੀਅਸ ਈਅਰ ਪੇਪਰਸ ਵੀ ਮੈਂ ਫੋਲੋ ਕੀਤੇ ਸੀ। ਇਹ ਤੇ ਗੂਗਲ ਵੈਬਸਾਈਟ ਤੋਂ ਵੀ ਥੋੜ੍ਹਾ ਬਹੁਤਾ ਡਾਟਾ ਲਈਦਾ। ਨੈਕਸਟ ਅਗਰ ਆਈ ਹੋਪ ਤੁਹਾਨੂੰ ਇਹ ਲੈਕਚਰ ਪਸੰਦ ਆਇਆ ਹੋਵੇਗਾ। ਇੱਕ ਮੈਂ ਇਹ ਚੀਜ਼ ਦੱਸ ਦਿਆਂ ਕਿ
ਇਸ ਦੇ ਨਾਲ ਹੀ ਆਪਣਾ ਚੈਪਟਰ 1 ਦਾ ਪਾਰਟ 1 ਐਂਡ ਪਾਰਟ 2 ਦੋਨੋਂ ਕੰਪਲੀਟ ਆ। ਸੋ ਇਸ ਦੇ ਨਾਲ ਹੀ ਚੈਪਟਰ 1 ਆਪਣਾ ਪੂਰਾ ਕੰਪਲੀਟ ਆ। ਹੁਣ ਨੈਕਸਟ ਵੀਡੀਓ ਦੇ ਵਿੱਚ ਆਪਾਂ ਚੈਪਟਰ 2 ਸਟਾਰਟ ਕਰਾਂਗੇ। ਆਈ ਹੋਪ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਸੋ ਥੈਂਕ ਯੂ। ਓਕੇ।